ਅਸੀਂ ਆਪਣੀ ਲੀਕ ਲੰਮੀ ਕਰਨੀ ਹੈ। ਸਾਨੂੰ ਕੋਈ ਉਹਨਾਂ ਦੀ ਲੀਕ ਮਿਟਾਉਣ ਦਾ ਸ਼ੌਕ ਨਹੀਂ। ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇਤੀ, ਇੱਕ ਵਾਰ ਨਹੀਂ 5 ਵਾਰ ਦੇਤੀ, ਪਿਛਲੇ 1 ਸਾਲ 'ਚ ਹੀ 5 ਵਾਰ ਦੇਤੀ। ਸੋ ਟਿਕਾਣੇ ਲਾਤੇ ਹੈ, ਖੁੱਡਾਂ 'ਚ ਵਾੜਤੇ ਹੈ। ਉਹਨਾਂ ਦਾ ਅਸੀਂ ਉਹਨਾਂ ਦਾ ਸਾਡੇ ਨਾਲ ਕੋਈ ਕੰਸਰਨ ਨਹੀਂ ਹੈ, ਲੇਕਿਨ ਅਸੀਂ ਆਪਣੀ ਲੀਕ ਲੰਬੀ ਕਰਨੀ ਹੈ, ਲੋਕਾਂ ਦੀਆਂ ਆਸਾਂ ਦੇ ਉੱਤੇ ਖਰੇ ਉਤਰਨਾ ਹੈ। ਔਰ ਸਾਡਾ ਸਭ ਤੋਂ ਵੱਡਾ ਅਗਰ ਕੋਈ ਐਸੈਟ ਹੈਗਾ, ਸਾਡੀ ਸਭ ਤੋਂ ਵੱਡੀ ਕੋਈ ਪੂੰਜੀ ਹੈ ਜਿਹਨੂੰ ਮੈਂ ਮੰਨਦਾ, ਉਹ ਹੈ ਲੋਕਾਂ ਦਾ ਵਿਸ਼ਵਾਸ। ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਰਹੇ, ਇਸੇ ਨੂੰ ਸੋਚ ਕੇ ਮੈਂ ਕੰਮ ਕਰਦਾ। ਤੇ ਪਹਿਲਾਂ ਹੀ ਕਹਿ ਚੁੱਕਿਆ ਵੀ ਮੇਰੀ ਦਹੀ ਤਾਂ ਇਸ ਮਹਾਨ ਸੂਬੇ ਨੂੰ ਅਰਪਿਤ ਹੈ। ਔਰ 1.5 ਸਾਲ ਦੇ ਬਾਅਦ ਇੱਥੇ ਜਸ਼ਨ ਹੁੰਦਾ ਹੋਵੇ ਤੇ ਸਾਡਾ ਟੀਚਾ ਸਫਲ ਹੋ ਜਾਣਾ। ਇਸ ਕਰਕੇ ਸਭ ਕੁਝ ਸਾਰੇ ਸਾਧਨ ਆਪਣੇ ਨਾਲ ਲੈ ਕੇ ਫਿਰ ਮੈਂ ਅਨਾਊਂਸਮੈਂਟ ਕਰ ਰਿਹਾ। ਔਰ ਕੈਪਟਨ ਸਾਹਿਬ ਵੱਲੋਂ ਇਹ ਅਨਾਊਂਸਮੈਂਟ ਕਰਦੇ ਵੀ ਚੰਗੇ ਲੱਗਦੇ ਆ, ਕਿਉਂਕਿ ਅਗਲਾ ਨਹੀਂ ਤੇ ਕਹਿੰਦਾ ਕਿੱਦਾਂ ਕਰੋਗੇ ਜੀ, ਤੁਹਾਡੇ ਕੋਲ ਸਾਧਨ ਕਿਹੜਾ ਜੀ, ਸਮਝੇ ਨਹੀਂ। ਹੁਣ ਸਾਡੇ ਕੋਲ ਸਾਧਨ ਵੀ ਨੇ, ਸਾਡੇ ਕੋਲ ਐਕਸਪਰਟ ਵੀ ਨੇ, ਸਾਡੇ ਕੋਲ ਹਰ ਤਰ੍ਹਾਂ ਦੀ ਉਪਲਬਧੀ ਦੀ ਜਿਹੜੀ ਸੁਵਿਧਾ ਹੈ ਉਹ ਨਾਲ ਹੈ ਸਾਡੇ। ਇੱਕ ਅਮੈਨਿਟੀਜ਼, ਬਾਥਰੂਮਸ ਤੇ ਫੈਸਿਲਿਟੀ, ਦੂਜਾ ਇੱਥੇ ਵਰਲਡ ਕਲਾਸ ਰੈਸਟੋਰੈਂਟ ਜਿਹੜਾ ਪੰਜਾਬੀਆਂ ਨੂੰ ਪਸੰਦ ਹੋਵੇ, ਤੀਜਾ ਇਹਦੀ ਲਾਈਟਿੰਗ, ਵਰਲਡ ਕਲਾਸ ਲਾਈਟਿੰਗ, ਮਤਲਬ ਥੱਲੋਂ ਵੈਲ ਲਿਟ ਅਪ, ਚੌਥੀ ਇਹਦੀ ਰੈਸਟੋਰੇਸ਼ਨ, ਪੰਜਵੀਂ ਇਹਦੀ ਲੈਂਡਸਕੇਪਿੰਗ। ਇਹੀ ਸਾਡੇ ਟੀਚੇ ਨੇ। ਹਾਂਜੀ, ਦੇਖੋ ਇਹ ਹਾਲੇ ਅਸੀਂ ਡਿਸਾਈਡ ਨਹੀਂ ਕੀਤਾ, ਜ਼ਿਆਦਾ ਚਾਂਸ ਇਹੀ ਨੇ ਵੀ ਪੀਪੀਪੀ ਮੋਡ ਦੇ ਉੱਤੇ ਹੋਵੇ। ਹਾਂਜੀ ਅੱਛਾ ਸਰ, ਇਹ ਤੇ ਹੋ ਗਈ ਟੂਰਿਜ਼ਮ ਦੀ ਗੱਲ। ਕੱਲ ਤੁਸੀਂ ਇੱਕ ਬੜਾ ਵਧੀਆ ਕੰਮ ਕੀਤਾ, ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ। ਹਾਂਜੀ, ਤੁਸੀਂ 10 ਬੰਦਿਆਂ ਨੂੰ ਜਿਹੜੇ ਕਰਪਸ਼ਨ ਕਰਦੇ ਸੀ ਸਸਪੈਂਡ ਕੀਤਾ। ਇਹ ਹੋਰ ਵੀ ਸ਼ਹਿਰਾਂ 'ਚ ਹੈਗਾ, ਲੁਧਿਆਣਾ ਤੇ ਭਰਿਆ ਪਿਆ ਸਰ। ਅੱਛਾ, ਤੁਸੀਂ ਲੁਧਿਆਣੇ ਕਿਦੋਂ ਆਓਗੇ? ਬਾਰੋ-ਬਾਰੀ ਵੇਖੋ, ਮੈਂ ਇੱਕ ਵਾਰਨਿੰਗ ਦਿੱਤੀ ਹੈ ਔਰ ਇੱਕ ਵੇਕਅਪ ਕਾਲ ਦਿੱਤੀ ਹੈ। ਇੱਕ ਖਤਰੇ ਦਾ ਘੁੱਗੂ ਬੋਲਦਾ ਨਾ, ਦੇਖਿਆ ਨਹੀਂ ਉਹ ਲਾਲ ਬੱਤੀ ਜਲਦੀ ਨੇ ਕੰਪਿਊਟਰ ਦੇ ਉੱਤੇ ਐਂ ਕਰਕੇ, ਬਈ ਸੁਧਰ ਜਾਓ। ਸੁਧਰਨ ਦਾ ਮੌਕਾ ਦਊਂ। ਸਾਡੇ ਬੰਦੇ ਨੇ, ਸਾਡੇ ਅਫਸਰ ਨੇ। ਮੈਂ ਚਾਹੁੰਦਾ ਕਿ ਇਹ ਅਫਸਰ ਸਾਡੀ ਪੱਗ ਦਾ ਲੜ ਬਣਨ, ਲੇਕਿਨ ਹਰ ਬੰਦਾ ਆਪਣੇ ਕਰਮਾਂ ਦੀ ਖੱਟੀ ਖਾਂਦਾ। ਜਿਹੇ ਜਿਹੇ ਬੀਜ ਬੋਂਦਾ ਅੰਕੁਰ ਉਹੋ ਜਿਹੇ ਫੁੱਟਦੇ ਆ। ਮਤਲਬ ਤੁਸੀਂ ਇਹ ਵੇਖੋ ਕਿ 6-7 ਬੰਦਿਆਂ ਖਾਤਰ ਕਰੋੜਾਂ ਰੁਪਈਆ, ਹਜ਼ਾਰਾਂ ਕਰੋੜ ਰੁਪਈਆ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਆਉਣਾ ਸੀਗਾ, ਉਹ ਲੋਕਾਂ ਦੀਆਂ ਨਿੱਜੀ ਜੇਬਾਂ ਦੇ ਵਿੱਚ ਜਾਈ ਜਾਂਦਾ। ਸਰਕਾਰ ਨੂੰ ਕੋਈ ਉਹਦਾ ਮਤਲਬ ਇੱਕ ਰੱਤੀ ਭਰ ਦਾ ਫਾਇਦਾ ਨਹੀਂ ਹੋ ਰਿਹਾ। ਉੱਤੋਂ ਤੁਸੀਂ ਕੰਕਰੀਟ ਜੰਗਲ ਬਣਾਈ ਜਾਂਦੇ ਹੋ, ਕਾਹਦੇ ਵਾਸਤੇ? ਅੱਜ ਵੀ ਜਾਰੀ ਹੈ ਜੀ, ਲੁਧਿਆਣੇ 'ਚ ਤਾਂ ਇੰਨਾ ਜ਼ਿਆਦਾ ਹੈਗਾ। ਇੱਕ ਗੱਲ ਨੂੰ ਸਮਝੋ 6 ਮੰਜ਼ਿਲ 5-7 ਕਿ 15 ਸਾਲ ਬਹੁਤ ਵੱਡਾ ਅਰਸਾ ਹੁੰਦਾ। 15 ਸਾਲ ਪਿਛਲੀ ਸਰਕਾਰ ਦੇ 10-11 ਸਾਲਾਂ 'ਚ ਇੱਕ ਵੀ ਆਡਿਟ ਨਹੀਂ ਹੋਇਆ ਮਿਊਨਿਸਪਲ ਕਾਰਪੋਰੇਸ਼ਨ ਦਾ, ਇੱਕ ਵੀ ਆਡਿਟ। ਇਹ ਹੈਰਾਨਗੀ ਦੀ ਵੀ ਗੱਲ ਹੈ, ਇਹ ਬੜੀ ਸ਼ਰਮ ਦੀ ਗੱਲ ਵੀ ਹੈ ਕਿ ਜਿਹੜੇ ਪੈਸੇ ਆਏ ਲੋਕਾਂ ਦੇ ਖੂਨ ਪਸੀਨੇ ਦੇ ਪੈਸੇ ਨੇ। ਇਹ ਲੋਕਾਂ ਦੇ ਖੂਨ ਪਸੀਨੇ ਦੇ ਪੈਸੇ ਉਹ ਆਪਣੀ ਸਰਕਾਰੀ ਗੱਡੀ ਨੂੰ ਵਰਤਣ ਲਈ 2.5 ਲੱਖ ਰੁਪਈਆ ਤਨਖਾਹ ਲੈਣ ਦੇ ਲਈ ਵਰਤ ਰਹੇ ਨੇ। ਫਿਰ ਉਹੀ ਗੱਡੀਆਂ, ਉਹੀ ਤਨਖਾਹ, ਉਹੀ ਟੌਰ ਟੱਪਾ ਜਿਹੜਾ ਲੋਕਾਂ ਦੀ ਤਨਖਾਹ ਨੇ ਉਹਨੂੰ ਦਿੱਤਾ ਹੈ, ਉਹਨੂੰ ਯੂਜ਼ ਕਰ ਰਹੇ ਨੇ ਆਪਣੀਆਂ ਦੁਕਾਨਾਂ ਚਲਾਉਣ ਲਈ। ਮਤਲਬ ਇਸ ਤੋਂ ਵੱਡੀ ਬੇਸ਼ਰਮੀ ਕੋਈ ਹੋ ਨਹੀਂ ਸਕਦੀ। ਇਸ ਕਰਕੇ ਜਿਹੜਾ ਸਟੇਟ ਦੇ ਲਈ ਕੰਮ ਕਰੂਗਾ ਉਹਨੂੰ ਉਹਦੀ ਹੌਸਲਾ ਅਫਜ਼ਾਈ ਵੀ ਹੋਊਗੀ, ਉਹਦਾ ਮਨੋਬਲ ਵੀ ਵਧਾਵਾਂਗੇ। ਲੇਕਿਨ ਜਿਹੜਾ ਬੰਦਾ ਸੂਬੇ ਨੂੰ ਹੀ ਬੋਲੀ ਲਾ ਕੇ ਵੇਚੀ ਜਾਵੇ ਔਰ ਆਪਣੇ ਨਿੱਜੀ ਸਵਾਰਥ ਦੇ ਲਈ ਸਾਰਾ ਮਤਲਬ ਘੁੰਨ ਲਾ ਕੇ ਸਟੇਟ ਦੀ ਜਿਹੜੀ ਪਲੈਨਿੰਗ ਹੈ ਉਹਨੂੰ ਖਤਮ ਕਰ ਦੇਵੇ। ਤੁਸੀਂ ਕੱਲ ਦੇਖਿਆ 5 ਏਕੜ ਥਾਂ ਤੇ 5 ਏਕੜ ਦੇ ਨਾਲ 20 ਏਕੜ ਇਲੀਗਲ ਕਲੋਨੀ, ਉਹਦੇ 'ਚ 2 ਐ ਖੁਰੀਆਂ ਜੀਆਂ ਪਾ ਕੇ ਹਰ ਜਗ੍ਹਾ ਏਦਾਂ ਹੀ ਹੈ, ਹਰ ਜਗ੍ਹਾ। ਔਰ ਤੁਸੀਂ ਦੇਖੋ ਕੋਈ CLU ਨਹੀਂ, ਉਹ 20 ਏਕੜ 6-7 ਕਰੋੜ ਰੁਪਈਆ ਦਿੰਦੇ ਸਰਕਾਰ ਨੂੰ। ਲੁਧਿਆਣੇ ਤੇ ਤੁਹਾਡੇ ਚੀਫ ਮਿਨਿਸਟਰ ਸਾਹਿਬ ਦਾ ਪੋਸਟਰ ਲਾਇਆ, ਇੱਕ MP ਸਾਹਿਬ ਦਾ ਪੋਸਟਰ ਲਾਇਆ, ਪਿੱਛੇ ਇਲੀਗਲ ਕੰਸਟਰਕਸ਼ਨ ਚੱਲ ਰਹੀ ਹੈ ਬਿਲਕੁਲ ਫੁਆਰਾ ਚੌਂਕ ਦੇ ਵਿੱਚ। ਅੱਛਾ, ਤੁਹਾਨੂੰ ਹੋਰ ਦੱਸ ਦਿੰਦੇ ਆ, ਚਲੋ ਕਰਕੇ ਆਏ ਅਸੀਂ। ਦੇਖੋ ਮੈਂ ਸਰ ਮਤਲਬ ਲਿਸਟ ਬਣੀ ਹੋਈ ਹੈ, ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਲਿਸਟ ਦਿਓ। ਮੈਂ ਪਹਿਲਾਂ ਚੇਤਾਵਨੀ ਵੀ ਦਊਂਗਾ, ਮੈਂ ਹਮੇਸ਼ਾ ਇੱਕ ਨੂੰ ਮੌਕਾ ਦਿੰਦਾ। ਬੰਦ ਕਰਨਗੇ ਨਹੀਂ ਤੇ ਫਿਰ ਸਾਮ ਦਾਮ ਭੇਦ ਦੰਡ ਤੇ ਹੈ ਹੀ ਹੈ। ਸਿੱਧੂ ਜੀ ਕੰਮ ਕरेंगे, ਬਾਕੀ ਅਫਸਰ ਕਾਹਦੇ ਸੇ ਰੱਖੇ ਹੋਏ ਆ, ਕਿਉਂ ਨਹੀਂ ਕਰਦੇ ਹੋ? ਦੇਖੋ ਮੇਰੀ ਇੱਕ ਗੱਲ ਸੁਣੋ, ਬਾਕੀ ਅਫਸਰ ਵੀ ਉਹਨਾਂ ਦੀ ਅਕਾਊਂਟੇਬਿਲਿਟੀ ਫਿਕਸਡ ਹੈ। ਅਸੀਂ ਇੱਕ ਸਿਸਟਮ ਦੇ ਨਾਲ ਚੱਲ ਰਹੇ ਹਾਂ। ਪਹਿਲਾਂ ਇਹ ਹੁੰਦਾ ਸੀਗਾ ਕਿ ਕੋਈ ਜ਼ਿੰਮੇਵਾਰੀ ਨਹੀਂ ਸੀ ਲੈਂਦਾ, ਹੁਣ ਜ਼ੋਨ ਬਣਾ ਦਿੱਤੇ।
ਇੱਕ ਜ਼ੋਨ ਜਿਵੇਂ ਇੰਨਾ ਏਰੀਆ ਹੈ 8 ਏਕੜ ਦਾ ਏਰੀਆ, ਇੱਥੇ ਫਲਾਨਾ ਅਫਸਰ ਜ਼ੋਨ ਦਾ ਇੰਚਾਰਜ ਹੈ, ਉਹ ਇੰਜੀਨੀਅਰਿੰਗ ਇਨ ਚੀਫ ਹੈ, ਉਹਦੇ ਨਾਲ ਜਿਹੜੇ ਹੈਗੇ ਨੇ ਆ 4 ਅਫਸਰ ਇੰਚਾਰਜ। ਤੇ ਜੇ ਮੈਂ ਉੱਥੇ ਚੈਕਿੰਗ ਲਈ ਜਾਊਂਗਾ, ਹੁਣ ਕੋਈ ਬਿਲਡਿੰਗ ਹੈ, ਕੋਈ ਪਿੰਨ ਥੋੜਾ ਨਾ ਧਰ ਗਿਆ, ਬਿਲਡਿੰਗ ਤਾਂ 3 ਸਾਲਾਂ 'ਚ ਬਣੀ ਹੈ ਨਾ। ਫਿਰ ਸਾਨੂੰ ਡਰ ਇਹ ਵੀ ਹੈ ਕਿ ਭਾਈ ਅਸੀਂ 31 ਤਰੀਕ ਤੱਕ ਲੋਕਾਂ ਨੂੰ ਵਨ ਟਾਈਮ ਸੈਟਲਮੈਂਟ ਦੇ ਰਹੇ ਹਾਂ, 31 ਮਾਰਚ ਤੱਕ, ਠੀਕ ਹੈ। ਪਰ 31 ਮਾਰਚ ਤੋਂ ਬਾਅਦ ਜੇ ਇਹੀ ਸਿਲਸਿਲਾ ਇਦਾਂ ਚੱਲਦਾ ਰਿਹਾ ਤੇ ਉਹ ਤੇ ਘਾਤਕ ਸਿੱਧ ਹੋਊਗਾ ਨਾ ਪੰਜਾਬ ਦੇ ਲਈ। ਇਸ ਕਰਕੇ 31 ਮਾਰਚ ਤੱਕ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਉਹ ਅੱਡ ਚੀਜ਼ ਹੈ। ਅਸੀਂ ਇਹ ਸੁਵਿਧਾ ਜਿਹੜੀ ਹੈ ਵਨ ਟਾਈਮ ਸੈਟਲਮੈਂਟ ਲੋਕਾਂ ਨੂੰ ਦੇ ਰਹੇ ਹਾਂ, ਅਸੀਂ ਅਫਸਰਾਂ ਨੂੰ ਨਹੀਂ ਦਿੱਤੀ। ਪਹਿਲਾਂ ਤਾਂ ਇਹ ਗੱਲ ਨੂੰ ਸਮਝ ਲਓ, ਇਹ ਵਨ ਟਾਈਮ ਸੈਟਲਮੈਂਟ ਕੋਈ ਹੋਰ ਹੀ ਕਰੀ ਫਿਰਦਾ ਹੋਵੇ ਤੇ ਫਿਰ ਉਹਦੀ ਗੱਲ ਨਹੀਂ। ਮੈਂ ਇਸੇ ਕਰਕੇ ਕੱਲ ਦੇਖੋ ਹੁਣ 8 ਬੰਦੇ ਨੌਕਰੀ ਤੋਂ ਜਾਣਗੇ। ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ ਹੁਣ, ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦ ਤੱਕ 4-5 ਅਫਸਰ ਆਪਣੀ ਨੌਕਰੀ ਤੋਂ ਨਹੀਂ ਜਾਂਦੇ, ਡਿਸਮਿਸ ਨਹੀਂ ਹੁੰਦੇ, ਇਹ ਜਿਹੜੀ ਮੈਨੇਸ ਹੈ ਇਹ ਸੁਧਰਨੀ ਨਹੀਂ। ਉਹਨਾਂ ਨੂੰ ਲੱਗਦਾ ਯਾਰ ਇਹ ਮਤਲਬ ਸਾਡੀਆਂ ਕਾਲੀਆਂ ਕੁਰੀਤੀਆਂ ਦੇ ਤੇ ਅਮਲੀ ਜਾਮੇ ਪੈ ਗਏ, ਉਹਨਾਂ ਨੂੰ ਤਾਂ ਲੀਗੈਲਿਟੀ ਮਿਲ ਗਈ। ਇਹ ਗੱਲ ਗਲਤ ਹੈ। ਇਸ ਕਰਕੇ ਇਹਦੇ ਤੇ ਰੋਕਥਾਮ ਪੂਰਨ ਵਿਰਾਮ ਲਾਉਣ ਦੇ ਲਈ ਮੈਂ ਤਤਪਰ ਵੀ ਹਾਂ, ਔਰ ਜਿਹਨੂੰ ਕਹਿੰਦੇ ਨੇ ਨਾ ਜਨੂਨ ਦੇ ਨਾਲ ਕੰਮ ਕਰ ਰਹੇ ਹਾਂ। ਕੁਝ ਸੋਚਦਾ ਨਹੀਂ ਹੋਰ, ਇੱਕੋ ਹੀ ਆਈਡੀਆ ਜ਼ਿੰਦਗੀ ਦੇ ਵਿੱਚ ਕਿ ਪੰਜਾਬ ਕਿਸ ਤਰ੍ਹਾਂ ਖੜਾ ਹੋ ਸਕਦਾ ਹੈ। ਸਰ ਲੁਧਿਆਣਾ ਕਦੋਂ ਵਿਜ਼ਿਟ ਕਰ ਰਹੇ ਹੋ ਤੁਸੀਂ ਇੰਨੇ ਆਤਰ ਹੋ। ਦੇਖੋ ਜੇ ਦੱਸ ਕੇ ਆਏ ਤੇ ਫਿਰ ਫਾਇਦਾ ਕੋਈ ਨਹੀਂ। ਕਹਿੰਦੇ ਨੇ ਭਾਲੇ ਦੀ ਨੋਕ ਨਾਲ ਇੱਕ ਬੰਦਾ ਮਰਦਾ, ਵਿਸ਼ ਦੇ ਪਿਆਲੇ ਨਾਲ ਸੈਨਾ ਸਿੱਟ ਲਓ। ਤੇ ਜੇ ਗੁਪਤ ਵਿਚਾਰ ਪ੍ਰਗਟ ਹੋ ਜੇ ਨਾ ਛੋਟੇ ਭਾਈ, ਤੇ ਫਿਰ ਰਾਸ਼ਟਰ ਤਬਾਹ ਹੋ ਜਾਂਦੇ ਆ। ਇਸ ਕਰਕੇ ਗੁਪਤ ਰਹਿਣ ਦੇ। ਜਦੋਂ ਮੈਂ ਆਣਾ ਹੋਊਗਾ ਐ ਆਉਂ ਜਿਵੇਂ ਬਿਜਲੀ ਕੜਕੀ ਖੜਕੜ ਕੜਕੜ, ਉਦੋਂ ਹੀ ਪਤਾ ਲੱਗੂ। ਸਰਪ੍ਰਾਈਜ਼ ਚੈੱਕ ਕਦੇ ਵੀ ਹੋ ਸਕਦੀ ਹੈ। ਔਰ ਅੱਜ ਆਪਾਂ ਇਹਦੇ ਤੇ ਰਹੀਏ। ਅਸੀਂ ਇਹਦਾ ਟੈਕਸਚਰ ਜਿਹੜਾ ਹੈਗਾ ਉਹ ਨਾਨਕਸ਼ਾਹੀ ਇੱਕ ਅੱਜ ਜਲੰਧਰ ਦੇ ਵਿੱਚ ਜਿਹੜੀ ਗੱਲ ਕਰੀ ਸੀ ਉਦੋਂ ਬਾਅਦ ਅੱਜ ਪ੍ਰੋਟੈਸਟ ਵੀ ਹੋ ਰਹੇ ਨੇ ਉੱਥੇ ਤੁਹਾਡੇ ਖਿਲਾਫ, ਤੁਹਾਡੇ ਪੁਤਲੇ ਫੂਕ ਰਹੇ ਨੇ ਉੱਥੇ। ਵਾਹ! ਤੇ ਕੀ ਕਹਿਣਾ ਇਹਦੇ ਬਾਰੇ ਤੁਹਾਡਾ? ਬੇਟਾ ਪੁਤਲੇ ਇੰਪੋਰਟੈਂਟ ਬੰਦਿਆਂ ਦੇ ਫੂਕਦੇ ਹੁੰਦੇ ਆ, ਫੂਕਣ ਦੇ। ਉੱਥੇ ਜਿਹੜੇ ਐਮਐਲਏ ਉਹ ਵੀ ਕਹਿ ਰਹੇ ਨੇ ਸਾਨੂੰ ਦੱਸਣ ਤੋਂ ਬਿਨਾਂ ਤੇ ਅਸੀਂ ਉਹਨਾਂ ਨਾਲ। ਮੈਂ ਕਿਹਾ ਮੇਰੀ ਗੱਲ ਨੂੰ ਸੁਣ, ਐਮਐਲਏ ਮੇਰੇ ਭਰਾ ਨੇ, ਜੋ ਮਰਜ਼ੀ ਕਹਿਣ, ਮੈਂ ਆਪਣਾ ਕੰਮ ਕਰ ਰਿਹਾ, ਆਪਣੀ ਡਿਊਟੀ ਕਰ ਰਿਹਾ, ਪੰਜਾਬ ਦੇ ਲਈ ਕਰ ਰਿਹਾ। ਤੇ ਇਹਦੇ 'ਚ ਮੈਨੂੰ ਕੋਈ ਨਾ ਕੋਈ ਮੇਰੇ ਵਿਘਨ ਬਾਧਾ ਪਾ ਸਕਦਾ ਤੇ ਨਾ, ਜਾਂ ਤੇ ਇਹ ਕਹਿ ਵੀ ਉਹਦਾ CLU ਹੋਇਆ ਸੀ, ਜਾਂ ਤੇ ਇਹ ਕਹਿ ਉਹ ਲੀਗਲ ਸੀ, ਜਾਂ ਤੇ ਇਹ ਕਹਿ ਵੀ ਉਹਦੇ ਕੋਈ 5 ਪੈਸੇ ਪੰਜਾਬ ਨੂੰ ਆਉਂਦੇ ਸੀ ਤੇ ਚੋਰਾਂ ਨੂੰ ਪੈਸੇ ਉਹਨਾਂ ਦੀ ਜੇਬ ਦੇ ਵਿੱਚ ਭਰਨ ਨੂੰ ਅਲਾਉ ਕਰਦੇ ਆ। ਕਿਹੜਾ ਕਹਿੰਦਾ? ਕੋਈ ਨਹੀਂ ਕਹਿੰਦਾ। ਜਿਹੜੇ ਸਰ ਐਮਐਲਏ ਵੀ ਇਨਵੋਲਡ ਹੈਗੇ ਉਹਨਾਂ ਦਾ ਵੀ ਫਿਰ ਨਹੀਂ। ਮੈਂ ਦੇਖੋ ਇਹਦੇ 'ਚ ਐਮਐਲਏ ਕੰਸਰਨਡ ਹੀ ਨਹੀਂ, ਇਹਦੇ 'ਚ ਤੇ ਅਫਸਰ ਕਾਉਂਸਲਰ ਵੀ ਹੈਗੇ ਵਿੱਚ। ਦੇਖੋ ਨਹੀਂ, ਇਹੋ ਜਿਹਾ ਕੁਝ ਨਹੀਂ ਹੈ। ਐਵੇਂ ਨਾ ਤੂੰ ਯਾਰ ਮੇਰੇ ਮੂੰਹ 'ਚ ਗੱਲਾਂ ਨਾ ਪਾ। ਜਿਹੜੇ ਸਕੂਲ 'ਚ ਤੂੰ ਪੜ੍ਹਦਾ, ਮੈਂ ਤਾਂ ਡਾਇਰੈਕਟਰ ਰਹਿ ਚੁੱਕਿਆ। ਅਸੀਂ ਵੀ ਕੋਸ਼ਿਸ਼ ਕਰ ਰਹੇ। ਗੱਲ ਸੁਣ ਮਿੱਤਰਾ, ਨਾ ਕੋਈ ਕਾਉਂਸਲਰ ਇਨਵੋਲਵ, ਜੇ ਕੋਈ ਹੈ ਤੁਸੀਂ ਨਾਂ ਦੱਸੋ। ਇਹ ਗਲਤ ਗੱਲ। ਦੇਖੋ ਅਫਸਰ ਦੀ ਮਿਲੀ ਭੁਗਤ ਦੇ ਬਿਨਾਂ ਬਿਲਡਿੰਗ ਨਹੀਂ ਬਣ ਸਕਦੀ, ਕਿਉਂਕਿ ਬਿਲਡਿੰਗ ਕੋਈ ਛੋਟੀ ਜੀ ਨਹੀਂ। ਮੈਂ ਰੁਕੂੰਗਾ, ਮੇਰਾ ਫਰਜ਼ ਹੈ। ਜੇ ਹੋਰ ਨਹੀਂ ਕਮਿਸ਼ਨਰ ਸਾਹਿਬ ਰੋਕਣਗੇ, ਕਾਉਂਸਲਰ ਵੀ ਰੋਕਣਗੇ, ਐਮਐਲਏ ਵੀ ਰੋਕਣਗੇ, ਸਾਰੇ ਰੋਕਦੇ। ਕੱਲ ਪ੍ਰਗਟ ਐਮਐਲਏ ਨਹੀਂ, ਬਾਕੀ ਸਾਰੇ ਐਮਐਲਏ ਨਹੀਂ, ਸਭ ਰੋਕਦੇ। ਇਹ ਗਲਤ ਗੱਲਾਂ ਨੇ। ਸੋ ਹਾਂਜੀ, ਤੁਹਾਡੇ ਸਾਥੀ ਰਹੇ ਨੇ ਬੈਂਸ ਸਾਹਿਬ, ਉਹ ਕਹਿੰਦੇ ਨੇ ਜਦੋਂ ਮੈਂ ਕੋਈ ਘੁਟਾਲਾ ਪਰਦਾਫਾਸ਼ ਕਰਦਾ ਤੇ ਮੇਰੇ ਤੇ ਸਰਕਾਰ ਪਰਚਾ ਦੇ ਦਿੰਦੀ ਹੈ, ਜੋ ਸਰਕਾਰ ਕਰਦੀ ਹੈ ਤਾਂ ਉਹ ਵੀ ਲੈਂਦੀ। ਬਈ ਬੈਂਸ ਛੋਟਾ ਭਰਾ ਹੈ, ਉਹ ਕੁਝ ਵੀ ਕਹਿ ਸਕਦਾ ਹੈ, ਲੇਕਿਨ ਫਰਕ ਇੰਨਾ ਹੀ ਹੈ ਵੀ ਉਹ ਆਪੋਜੀਸ਼ਨ ਦੇ ਵਿੱਚ ਹੈ, ਮੈਂ ਸਰਕਾਰ 'ਚ। ਇਹਦਾ ਬੜਾ ਵੱਡਾ ਫਰਕ ਹੁੰਦਾ ਭਾਈ। ਸਰਕਾਰ ਦਾ ਵਕਾਰ ਹੁੰਦਾ, ਠੀਕ ਹੈ ਕਿ ਨਹੀਂ, ਲੇਕਿਨ ਉਹਦੀ ਆਪਣੀ ਇਮਾਨਦਾਰੀ ਹੈ, ਉਹਦਾ ਆਪਣਾ ਇੱਕ ਵਰਚਸਵ ਹੈ, ਉਹਦਾ ਵੀ ਸਨਮਾਨ ਕਰਦੇ ਹਾਂ ਅਸੀਂ। ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ, ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ, ਉਹਦਾ ਵੀ ਅਸੀਂ ਸਨਮਾਨ ਕਰਦੇ ਹਾਂ, ਦੁਰਉਪਯੋਗ ਨਹੀਂ ਕਰਦੇ। ਸਰ ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲੋਕਾਂ ਦਾ ਪ੍ਰਤੀਨਿਧੀ ਉਹਨਾਂ ਨੂੰ ਜਾ ਸਕਦਾ, ਪਰ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਜਾਣਾ ਕਿਤੇ ਨਾ ਕਿਤੇ। ਬਈ ਹੁਣ ਮੈਂ ਕੋਈ ਇਹ ਤੇ ਹੈ ਨਹੀਂ ਵੀ ਮੈਂ ਮੁਨਸ਼ੀ ਲੱਗਿਆ ਤੇ ਮੈਨੂੰ ਪਤਾ ਹੈ ਵੀ ਪਰਚਾ ਕਾਹਦਾ ਦਿੱਤਾ ਤੇ ਕੀ ਦਿੱਤਾ। ਉਸ ਗੱਲ ਨੂੰ ਛੱਡ ਦੇ। ਉਹ ਗੱਲਾਂ ਪੁਲਿਸ ਦੇ ਲੈਵਲ ਦੇ ਉੱਤੇ ਹੀ ਸੁਲਝ ਸਕਦੀਆਂ ਨੇ, ਉਹੀ ਦੱਸ ਸਕਦੇ ਨੇ। ਹਾਂ, ਮੈਂ ਇੰਨਾ ਜ਼ਰੂਰ ਕਹਿਣਾ ਕਿ ਉਹ ਇੱਕ ਇਮਾਨਦਾਰ ਪੋਲੀਟੀਸ਼ੀਅਨ ਹੈ, ਔਰ ਉਹਦਾ ਇੱਕ ਵਰਚਸਵ ਹੈ। ਜਿਹੜਾ ਬੰਦਾ 2-3 ਵਾਰ ਜਿੱਤਦਾ ਹੈ ਤੇ ਉਹਦੇ 'ਚ ਕੁਛ ਤੇ ਹੁੰਦਾ ਨਾ।